ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ, ਕਿਉਂਕਿ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਚੰਡੀਗੜ੍ਹ ਪਹੁੰਚੇ ਨੇ। ਇਨਫੈਕਟ ਚੰਡੀਗੜ੍ਹ ਤੋਂ ਲੁਧਿਆਣਾ ਲਈ ਰਵਾਨਾ ਵੀ ਹੋ ਚੁੱਕੇ ਨੇ। ਲੁਧਿਆਣਾ 'ਚ ਕਿਸਾਨਾਂ ਦੇ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ, ਸੰਵਾਦ ਕੀਤਾ ਜਾਏਗਾ, ਮੱਕੀ ਦੀ ਫਸਲ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਤੇ ਮਹਿਲਾਵਾਂ ਨਾਲ ਜੁੜੇ ਸੈਲਫ ਹੈਲਪ ਗਰੁੱਪ ਦੇ ਨਾਲ ਵੀ ਚਰਚਾ ਕਰਨਗੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ। ਦੱਸ ਦਈਏ ਕਿ ਅੱਜ ICMAR ਦੀ ਇਮਾਰਤ ਦਾ ਉਦਘਾਟਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਏਗਾ। ਇਹ ਤਸਵੀਰਾਂ ਨੇ ਚੰਡੀਗੜ੍ਹ 에ਅਰਪੋਰਟ ਦੀਆਂ, ਜਿੱਥੇ ਕਿ ਕੇਂਦਰ ਖੇਤੀਬਾੜੀ ਮੰਤਰੀ ਕੁਝ ਦੇਰ ਪਹਿਲਾਂ ਹੀ ਇਸ 에ਅਰਪੋਰਟ ਤੇ ਪਹੁੰਚੇ, ਉਹਨਾਂ ਦਾ ਸਵਾਗਤ ਕੀਤਾ ਗਿਆ। ਇੱਥੇ ਖੁਦ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਤੇ ਇਨਫੈਕਟ ਇੱਥੋਂ ਹੁਣ ਰਵਾਨਾ ਹੋ ਚੁੱਕੇ ਨੇ ਲੁਧਿਆਣਾ ਦੇ ਲਈ। ਉੱਥੇ ਸੰਵਾਦ ਕਰਨਗੇ ਕਿਸਾਨਾਂ ਦੇ ਨਾਲ, ਹੋਰ ਵੀ ਸਟੇਕ ਹੋਲਡਰਸ ਦੇ ਨਾਲ, ਵਿਗਿਆਨਿਕਾਂ ਦੇ ਨਾਲ। ਮੱਕੀ ਦੀ ਫਸਲ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ, ਚਰਚਾ ਕੀਤੀ ਜਾਏਗੀ ਤੇ ICMAR ਦੀ ਇਮਾਰਤ ਦਾ ਉਦਘਾਟਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਏਗਾ। ਦੱਸ ਕਿ ਮੱਕੀ ਦੀ ਫਸਲ ਤੇ ਚਰਚਾ ਕਰਨ ਦਾ ਮੇਨ ਮਕਸਦ ਇਹ ਹੈ ਕਿ ਇਸ ਦੀ ਜੋ ਉਤਪਾਦਨ ਹੈ ਹੋਰ ਕਿਵੇਂ ਵਧਾਇਆ ਜਾਏ, ਕਿਉਂਕਿ ਮੱਕੀ ਸਿਰਫ ਖਾਣ ਦੇ ਲਈ ਹੀ ਇਸਤੇਮਾਲ ਨਹੀਂ ਹੁੰਦੀ ਹੈ, ਇਸ ਦੇ ਹੋਰ ਵੀ ਕਈ ਫਾਇਦੇ ਨੇ। ਇਸ ਨਾਲ ਹੋਰ ਵੀ ਕਈ ਚੀਜ਼ਾਂ ਬਣਦੀਆਂ ਨੇ। ਇਸ ਦੇ ਨਾਲ ਹੀ ਇਸ ਪੂਰੇ ਮੱਕੀ ਦੀ ਫਸਲ ਤੇ ਹੋਰ ਇਸ ਦੀ ਉਤਪਾਦਨ ਕਿਵੇਂ ਵਧਾਈ ਜਾਏ, ਇਹ ਜੋ ਮੱਕੀ ਦੀ ਫਸਲ ਹੈ ਕਿਸਾਨ ਹੋਰ ਕਿਉਂ ਬੁੱਝਣ, ਇਸ ਤੇ ਚਰਚਾ ਕੀਤੀ ਜਾਏਗੀ, ਸੰਵਾਦ ਕੀਤਾ ਜਾਏਗਾ ਕਿਸਾਨਾਂ ਦੇ ਨਾਲ, ਸਟੇਕ ਹੋਲਡਰਸ ਦੇ ਨਾਲ ਤੇ ਵਿਗਿਆਨਿਕਾਂ ਦੇ ਨਾਲ। ਤੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਚੰਡੀਗੜ੍ਹ 에ਅਰਪੋਰਟ ਪਹੁੰਚੇ ਕੁਝ ਦੇਰ ਪਹਿਲਾਂ ਦੀਆਂ ਇਹ ਤਸਵੀਰਾਂ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਉੱਥੇ ਪਹੁੰਚੇ, ਵੈਲਕਮ ਕੀਤਾ ਗਿਆ, ਬੁੱਕੇ ਭੇਟ ਕੀਤਾ ਗਿਆ ਤੇ ਉਸ ਤੋਂ ਬਾਅਦ ਲੁਧਿਆਣਾ ਲਈ ਰਵਾਨਾ ਹੋ ਚੁੱਕੇ ਨੇ। ਲੁਧਿਆਣਾ 'ਚ ਕਿਸਾਨਾਂ ਨਾਲ ਸੰਵਾਦ ਕੀਤਾ ਜਾਏਗਾ। ਇਸ ਸੰਵਾਦ ਨੂੰ ਬੇहद ਇੰਪੋਰਟੈਂਟ ਮੰਨਿਆ ਜਾ ਰਿਹਾ ਹੈ। ਮਹਿਲਾਵਾਂ ਨਾਲ ਜੁੜੇ ਸੈਲਫ ਹੈਲਪ ਗਰੁੱਪ ਦੇ ਨਾਲ ਵੀ ਚਰਚਾ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਰਨਗੇ ਤੇ ਇਸ ਦੇ ਨਾਲ ਹੀ ICMAR ਦੀ ਇਮਾਰਤ ਦਾ ਉਦਘਾਟਨ ਉਹਨਾਂ ਦੇ ਵੱਲੋਂ ਕੀਤਾ ਜਾਏਗਾ। आज मक्के पर जितने भी संबंधित पक्ष हैं, प्रगतिशील किसान, हमारे वैज्ञानिक, स्टेक होल्डर्स, सबके साथ हम मीटिंग कर रहे हैं मक्का अनुसंधान केंद्र में लुधियाना में। मक्के का कई प्रकार का उपयोग है, केवल खाने के काम नहीं आता। इथेनॉल भी हम बना रहे हैं, स्टार्च भी हम बना रहे हैं, पोल्ट्री फूड भी बनता है, फीड भी बनता है। अब मक्के का उत्पादन और कैसे बढ़े, नया अनुसंधान हम मक्के में कैसे करें और किसान को मक्का और कैसे लाभ दे, ऐसे कई पक्षों पर आज लुधियाना में विचार विमर्श होगा। ਤੇ ਕਿਸੇ ਕੇ ਨਾਲ ਇਹ ਸਟੇਟਮੈਂਟ ਦਿੱਤੀ ਗਈ ਹੈ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਲੋਂ, ਕਿਉਂਕਿ 에ਅਰਪੋਰਟ ਪਹੁੰਚੇ ਚੰਡੀਗੜ੍ਹ 에ਅਰਪੋਰਟ ਕੁਝ ਦੇਰ ਪਹਿਲਾਂ ਹੀ ਤੇ ਉੱਥੇ ਪਹੁੰਚ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਕੁਝ ਅੱਜ ਇਹਨਾਂ ਦਾ ਪ੍ਰੋਗਰਾਮ ਰਹਿਣ ਵਾਲਾ ਹੈ, ਸਕੈਜੂਲ ਰਹਿਣ ਵਾਲਾ ਹੈ, ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਲੁਧਿਆਣਾ ਲਈ ਉਹ ਰਵਾਨਾ ਹੋ ਰਹੇ ਨੇ ਤੇ ਉੱਥੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ, ਮੱਕੀ ਦੀ ਫਸਲ ਨੂੰ ਲੈ ਕੇ ਇਸ ਦੀ ਪੈਦਾਵਾਰ ਹੋਰ ਵਧਾਈ ਜਾਏ, ਇਸ ਨੂੰ ਲੈ ਕੇ ਕਿਸਾਨਾਂ ਨੂੰ ਹੋਰ ਪ੍ਰੋਤਸਾਹਿਤ ਕੀਤਾ ਜਾਏਗਾ, ਕਿਉਂਕਿ ਮੱਕੀ ਸਿਰਫ ਖਾਣ ਦੇ ਲਈ ਹੀ ਇਸਤੇਮਾਲ ਨਹੀਂ ਹੁੰਦੀ ਹੈ, ਇਸ ਦਾ ਇਸਤੇਮਾਲ ਹੋਰ ਵੀ ਕਈ ਥਾਵਾਂ ਤੇ ਹੁੰਦੀ ਹੈ। ਇਸ ਨਾਲ ਐਥਨੋਲ ਬਣਾਈ ਜਾਂਦੀ ਹੈ, ਸਟਾਰਚ ਇਸ ਦੇ ਨਾਲ ਬਣਾਈ ਜਾਂਦੀ ਹੈ, ਪੋਲਟਰੀ ਫੀਡ ਇਸ ਦੇ ਨਾਲ ਬਣਾਈ ਜਾਂਦੀ ਹੈ ਤੇ ਕਿਸਾਨ ਵੱਧ ਤੋਂ ਵੱਧ ਮੱਕੀ ਦੀ ਫਸਲ ਬੀਜਣ, ਇਸ ਦੇ ਲਈ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਏਗਾ। ਕਿਸਾਨਾਂ ਨਾਲ ਸੰਵਾਦ ਇਸ ਬਾਬਤ ਕੀਤਾ ਜਾਏਗਾ। ਉੱਥੇ ਵਿਗਿਆਨਿਕ ਵੀ, ਸਾਇੰਟਿਸਟ ਵੀ ਮੌਜੂਦ ਹੋਣਗੇ ਤੇ ਇਸ ਨਾਲ ਹੀ ਸਟੇਕ ਹੋਲਡਰਸ ਵੀ ਮੌਜੂਦ ਹੋਣਗੇ ਤੇ ਇੱਕ ਲੰਬਾ ਪ੍ਰੋਗਰਾਮ ਹੈ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ। ਮਹਿਲਾਵਾਂ ਦੇ ਨਾਲ ਜੁੜੇ ਸੈਲਫ ਹੈਲਪ ਗਰੁੱਪ ਦੇ ਨਾਲ ਵੀ ਚਰਚਾ ਉਹਨਾਂ ਦੇ ਵੱਲੋਂ ਕੀਤੀ ਜਾਏਗੀ। ਹੁਣ ਗੱਲ ਕਰਾਂਗੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਦੀ, ਕਿਉਂਕਿ ਥੋੜੀ ਦੇਰ 'ਚ ਚੰਡੀਗੜ੍ਹ ਪਹੁੰਚਣਗੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ। ਹਾਈ ਪ੍ਰੋਫਾਈਲ ਚੰਡੀਗੜ੍ਹ 'ਚ ADGP ਪੂਰਨ ਕੁਮਾਰ ਦੇ ਪਰਿਵਾਰ ਨੂੰ ਉਹ ਮਿਲਣਗੇ, ਕਿਉਂਕਿ ਸੁਸਾਈਡ ਕੀਤਾ ਗਿਆ ਸੀ ADGP ਵਾਈ ਪੂਰਨ ਕੁਮਾਰ ਦੇ ਵੱਲੋਂ 7 ਅਕਤੂਬਰ ਨੂੰ।
ਤੇ ਰਾਹੁਲ ਗਾਂਧੀ ਪਹੁੰਚਣਗੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ। ਕੇਂਦਰ ਮੰਤਰੀ ਚਿਰਾਗ ਪਾਸਵਾਨ ਪਰਿਵਾਰ ਦੇ ਨਾਲ ਹੀ ਮੁਲਾਕਾਤ ਰਹਿਣਗੇ, ਨਜ਼ਰ ਕਰਨਗੇ। ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਛੁੱਟੀ ਤੇ ਆਲਰੇਡੀ ਭੇਜ ਦਿੱਤੇ ਗਏ ਨੇ। 13 ਡੀਜੀਪੀ ਨੂੰ ਸਰਕਾਰ ਨੇ ਛੁੱਟੀ ਤੇ ਭੇਜਿਆ ਤੇ FIR 'ਚ ਨਾਮਜ਼ਦ ਨੇ ਡੀਜੀਪੀ ਸ਼ਤਰੂਜੀਤ ਕਪੂਰ। 7 ਅਕਤੂਬਰ ਨੂੰ ਕਾਬਿਲੇ ਗੌਰ ਹੈ ਕਿ ADGP ਵਾਈ ਪੂਰਨ ਕੁਮਾਰ ਦੇ ਵੱਲੋਂ ਸੁਸਾਈਡ ਕੀਤਾ ਗਿਆ ਸੀ। ADGP ਸੁਸਾਈਡ ਕੇਸ 'ਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਾਂਚ ਵੀ ਲਗਾਤਾਰ ਜਾਰੀ ਹੈ। ਤਸਵੀਰਾਂ ਨੇ ਕੁਝ ਦਿਨ ਪਹਿਲਾਂ ਦੀਆਂ ਜਦੋਂ ਕਿ ਦਿੱਲੀ ਸਥਿਤ ਰਿਹਾਇਸ਼ ਤੋਂ ਨਿਕਲੇ ਲੀਡਰ ਆਫ ਆਪਰੇਸ਼ਨ ਰਾਹੁਲ ਗਾਂਧੀ, ਕਿਉਂਕਿ ਅੱਜ ਤਕਰੀਬਨ 10:15 ਵਜੇ ਉਹ ਚੰਡੀਗੜ੍ਹ ਪਹੁੰਚਣਗੇ। ਸਿੱਧਾ ਜਾਣਗੇ ਜੋ ADGP ਵਾਈ ਪੂਰਨ ਕੁਮਾਰ ਦਾ ਘਰ ਹੈ ਤੇ ਉੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਵੱਲੋਂ ਵੀ ਜੋ ਵਾਈ ਪੂਰਨ ਕੁਮਾਰ ਦੀ ਪਤਨੀ ਨੇ ਅਮਨੀਤ, ਉਹਨਾਂ ਨੂੰ ਵੀ ਇੱਕ ਲੈਟਰ ਲਿਖਿਆ ਗਿਆ ਸੀ। ਲੈਟਰ ਲਿਖ ਕੇ ਇਸ ਪੂਰੀ ਘਟਨਾ ਤੇ ਦੁੱਖ ਜਤਾਇਆ ਗਿਆ ਸੀ ਤੇ ਕਿਹਾ ਸੀ ਕਿ ਇਸ ਔਖੀ ਘੜੀ 'ਚ ਜੋ ਕਾਂਗਰਸ ਪਾਰਟੀ ਹੈ ਪਰਿਵਾਰ ਦੇ ਨਾਲ ਮੋਢਾ ਜੋੜ ਕੇ ਖੜੀ ਹੈ। ਥੋੜੀ ਦੇਰ 'ਚ ਚੰਡੀਗੜ੍ਹ ਪਹੁੰਚਣਗੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ, ਕਿਉਂਕਿ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਪਹਿਲੇ ਤੋਂ ਹੀ ਕਰ ਦਿੱਤੇ ਗਏ ਨੇ। VVIP जो सिक्योरिटी है वो ਥਾਂ ਤੇ ਡਿਪਲੋਏ ਕਰ ਦਿੱਤੀ ਗਈ ਹੈ, ਕਿਉਂਕਿ ਇੱਕ ਪ੍ਰੋਟੋਕਾਲ ਹੁੰਦਾ ਹੈ VVIP ਆਗੂ ਦਾ। ਚੰਡੀਗੜ੍ਹ 'ਚ ADGP ਪੂਰਨ ਕੁਮਾਰ ਦੇ ਪਰਿਵਾਰ ਨੂੰ ਰਾਹੁਲ ਗਾਂਧੀ ਮਿਲਣਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ADGP पूरन कुमार ਦੇ ਘਰ ਤੋਂ ਲਾਈਵ ਨੇ अंकित दुदानी। अंकित, अब तक की क्या कुछ अपडेट, क्योंकि थोड़ी देर में लीडर ऑफ ऑपोजिशन राहुल गांधी भी यहाँ पहुंचने वाले हैं। अब पोस्टमार्टम को लेके क्या प्रशासन परिवार को मना पाया है? बिल्कुल, थोड़ी देर के अंदर राहुल गांधी यहाँ पहुंचेंगे और आप देख सकते हैं कि ये ADGP का निवास है और इसके बाहर आज जो सुरक्षा है वो काफी सुरक्षा कड़ी कर दी गई है और वो इस वजह से है क्योंकि लीडर ऑफ अपोजिशन राहुल गांधी यहाँ पहुंच रहे हैं। और उसके बाद की अगर बात करें तो 1:30 बजे के आसपास चिराग पासवान जो केंद्रीय मंत्री है वो भी यहाँ पहुंचेंगे। अभी राहुल गांधी का जो पहुंचने का समय रखा गया है वो 10:15 बजे का समय रखा गया है कि 10:15 बजे यहाँ पहुंच करके जहाँ वो अपनी श्रद्धांजलि व्यक्त करेंगे, अपनी संवेदना जताते हुए नजर आएंगे, तो वहीं कहीं ना कहीं परिवार को ढांढस बंधाते हुए नजर आएंगे। अगर जहां तक बात की जाए पोस्टमार्टम की, तो आज 9वां दिन हो गया है और 9वें दिन भी आज तक पोस्टमार्टम नहीं हो पाया है। और पोस्टमार्टम इसलिए नहीं हो पाया है क्योंकि परिवार ने सहमति नहीं दी है। परिवार अभी तक भी राजी नहीं हुआ है। हालांकि देर रात एक हरियाणा सरकार की ओर से फैसला जरूर हुआ और सूत्र बताते हैं कि DGP जो हैं हरियाणा के, उनको छुट्टी पर भेज दिया गया है, लेकिन उसके बावजूद भी अभी तक परिवार राजी नहीं हुआ है। परिवार अगर राजी हो जाता तो पोस्टमार्टम हो जाता और पोस्टमार्टम होने के बाद दाह संस्कार जो होना है उसका रास्ता खुल जाता। लेकिन कहीं ना कहीं अभी भी जो टकराव है वो बना हुआ है। परिवार मानने को राजी नहीं है कि अभी भी वो दाह संस्कार करेंगे या नहीं करेंगे, पोस्टमार्टम करवाएंगे या नहीं करवाएंगे। तो यही सारी बातें हैं, उन सारी बातों को लेकर के अभी मामला अटका हुआ है, सहमति नहीं बनी है। हरियाणा सरकार जो है लगातार जो है वो संपर्क में है, परिवार के बात कर रही है, लेकिन उसके बावजूद भी बात अभी बनी नहीं है। सरकार की ओर से पहले अफसर लगे, ऑफिसर्स जो हैं वो चाहे चीफ सेक्रेटरी हों, वो चाहे चीफ प्रिंसिपल सेक्रेटरी हों मुख्यमंत्री के, वो हों, तो लगातार उनकी तरफ से बातें की गई हैं, लेकिन और कोशिश की गई कि परिवार के साथ सहमति बने, लेकिन सहमति नहीं बनी। उसके बाद अगर CMO के अधिकारी कहें तो CMO के अधिकारी भी मैदान के अंदर उतरे, उसमें चाहे तरुण भंडारी हों, राजनीतिक सचिव हैं मुख्यमंत्री के, और सुदेश जो कटारिया हैं वो उतरे मैदान के अंदर, तो वो जाकर के बातचीत करी है उन्होंने भी, लेकिन अभी तक भी बात जो है वो सिरे नहीं चढ़ी है। तो कहीं ना कहीं अगर बात सिरे नहीं चढ़ रही है तो उसका कारण यही है कि परिवार की ये मांग है कि छुट्टी पर नहीं DGP को हटाया जाए और हटा करके अरेस्ट किया जाए। यही मांग परिवार कर रहा है। जो महापंचायत हुई थी, महापंचायत ने भी 48 घंटे का समय दिया था, वो भी पूरा हो गया है और अब आगे का क्या फैसला होता है वो देखना होगा। लेकिन बड़ी बात यही है कि नेता प्रतिपक्ष जो लोकसभा में है राहुल गांधी और कांग्रेस के बड़े नेता हैं, तो वो आज यहाँ पहुंच रहे हैं अपनी श्रद्धांजलि व्यक्त करने के लिए। और 1:30 बजे के आसपास केंद्रीय मंत्री चिराग पासवान भी यहाँ पहुंचेंगे और रामदास अठावले केंद्रीय मंत्री कल पहुंचे थे, उसके बाद मुख्यमंत्री नायब सैनी से भी मुलाकात करने वो पहुंचे, लेकिन उनकी तरफ से बातें जरूर रखी गई हैं, लेकिन समझौता अभी भी कोई नहीं हो पाया है। जी अंकित, FIR को दुरुस्त करने की बात की गई थी, जो SC ST एक्ट के तहत धारा 3 जोड़ी गई थी, ऑब्लिक कई सेक्शंस भी जोड़े गए थे। पहले जो धारा जोड़ी गई थी उसमें 5 साल की सजा की तजवीज थी।
अब जो धारा जोड़ी गई है उसमें उम्र कैद की सजा की तजवीज है। क्या इससे परिवार सेटिस्फाइड है? क्योंकि छुट्टी पर डीजीपी शत्रुजीत कपूर भेज दिए गए हैं, एसपी रोहतक को हटा दिया गया था, नरेंद्र बिजारनिया। अब क्या गिरफ्तारी पे जो है परिवार अड़ा हुआ है? शत्रुजीत कपूर और जो रोहतक के सस्पेंडेड एसपी। बिल्कुल, लगातार परिवार की यही मांग थी कि छुट्टी पर नहीं डीजीपी को हटाया जाए, और लेकिन उसकी एक प्रोसेस होती है। डीजीपी को छुट्टी पर ही भेज सकते थे, हटाने के बाद क्योंकि एक लंबी प्रोसेस होती है नया डीजीपी नियुक्त करने के लिए, और वो पैनल भेजा जाता है यूपीएससी को, और वहां से जब नाम आते हैं उसके बाद नया डीजीपी नियुक्त होता है, तो वो एक प्रोसेस है। तो वो प्रोसेस अभी सरकार फॉलो करती हुई नजर आएगी, नहीं आएगी, क्योंकि अभी तक भी सूत्र ही बता रहे हैं कि डीजीपी को छुट्टी पर भेजा गया है। कोई आधिकारिक आदेश की अगर बात करें तो आधिकारिक आदेश अभी तक कोई नहीं आया है। तो कहीं ना कहीं अब क्या बनती है, क्योंकि सरकार और परिवार के अंदर सहमति नहीं बनेगी। तो आज 9 दिन हो चुके हैं। 9 दिन एक बहुत बड़ा टाइम होता है, और इतने हाई प्रोफाइल केस के अंदर जहां एडीजीपी सुसाइड करता है और उनकी जो धर्मपत्नी है वो वरिष्ठ आईएएस अधिकारी हैं, उनकी जो साली हैं वो वरिष्ठ आईपीएस अधिकारी हैं, उनके जो कह सकते हैं कि जो साले हैं वो पंजाब सरकार के अंदर एमएलए हैं। तो ऐसे परिवार को भी अगर इतना समय लग रहा है कि 9 दिन तक जो है, और 9 दिन तक कह सकते हैं कि अभी तक पोस्टमार्टम नहीं हुआ है और ना ही संस्कार हुआ है, तो वो अपने आप में बड़ी चीज हो जाती है। और हम देख रहे हैं कि लगातार नेताओं का पहुंचना जारी है। नेता पहुंच करके जहां अपनी श्रद्धांजलि व्यक्त कर रहे हैं, वहीं मीडिया के सामने आकर के भाजपा सरकार पर भड़ास भी निकालते हुए नजर आते हैं। जी अंकित, महापंचायत का अगला प्रोग्राम क्या कुछ रहेगा? क्योंकि 48 घंटे का अल्टीमेटम दिया था, वो कंप्लीट हो गया है। उन्होंने चेतावनी दी थी प्रशासन को कि आने वाले दिनों में हम कोई बड़ा आंदोलन करेंगे, क्योंकि जब संडे के दिन उनकी तरफ से महापंचायत की गई थी तभी भी एक बड़ा इकट्ठ वहां पे मौजूद था। बिल्कुल, महापंचायत ने 48 घंटे का समय दिया था, और 48 घंटे की समय नहीं, चेतावनी दी थी। अब 48 घंटे कंप्लीट हो गए हैं। अब देखना होगा कि अभी राहुल गांधी जब यहां से निकल जाएंगे तो उसके बाद महापंचायत क्या फैसला लेती हुई नजर आती है, क्योंकि उनकी तरफ से कहा गया था कि उसके बाद आंदोलन तेज किया जाएगा। उसमें चंडीगढ़ को बंद किया जा सकता है, हरियाणा पंजाब को बंद करने की कॉल दी जा सकती है, सफाई व्यवस्था ठप की जा सकती है। तो ऐसे कई ऑप्शन उन्होंने कहे थे। तो अभी हालांकि उनकी तरफ से कोई कॉल नहीं आई है कि 48 घंटे खत्म हो रहे हैं तो उन्होंने क्या कॉल आगे दी है, लेकिन अभी देखना होगा कि 48 घंटे खत्म होने के बाद अब नया फैसला महापंचायत का क्या आता है, और वो क्या डिसीजन लेते हुए नजर आते हैं, या परिवार के साथ सरकार की सहमति बनती है, तो वो अभी सारी चीजें देखनी होंगी। जी चलिए, बहुत बहुत शुक्रिया अंकित, हमें पूरी जानकारी देने ਲਈ ਤੇ जिस तरह ही राहुल गांधी ਇੱਥੇ ਪਹੁੰਚਣਗੇ ਤੇ ਛੇਤੀ ਹੀ ਤੁਹਾਡਾ रुख ਅਸੀਂ जल्द करांगे, क्योंकि दिल्ली स्थित रहाइश तो रवाना हो चुके हैं लीडर्स ऑफ ऑपोजिशन। राहुल गांधी कुछ ही देर च चंडीगढ़ पहुंचणगे ते तकरीबन 10:15 ਵਜੇ ਦਾ ਸਮਾਂ ਹੈ। किसी भी टाइम ਇੱਥੇ पहुंच सकते हैं। परिवार ਦੇ ਨਾਲ मुलाकात करके उन्होंने ਦੇ ਵੱਲੋਂ दुख जो है वो वंडाया जाएगा। ਤੇ किस तरीके ਦੇ ਨਾਲ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਇੱਥੇ ਪਹੁੰਚਣ ਵਾਲੇ ਨੇ। ਇਸ ਤੋਂ ਪਹਿਲਾਂ ਵੀ ਕਈ ਜੋ ਆਗੂ ਨੇ, ਚਾਹੇ ਉਹ ਕੇਂਦਰ ਦੇ ਮੰਤਰੀ ਹੋਣ ਨੇ, ਕੇਂਦਰ ਦੇ ਵੱਡੇ ਚਿਹਰੇ ਹੋਣ, ਜਾਂ ਹਰਿਆਣਾ ਦੇ ਵੱਡੇ ਚਿਹਰੇ, ਪੰਜਾਬ ਦੇ ਵੱਡੇ ਚਿਹਰੇ, ਇੱਕ ਇੱਕ ਕਰਕੇ ਜੋ ਆਗੂ ਨੇ, ਪੋਲੀਟੀਕਲ ਲੀਡਰਸ ਨੇ, ਉਹ ਇੱਥੇ ਪਹੁੰਚ ਰਹੇ ਨੇ। ਤੇ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਵਾਈ ਪੂਰਨ ਕੁਮਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਪੀੜਤ ਪਰਿਵਾਰ ਨੂੰ ਜੋ ਹੈ ਉਹ ਇਨਸਾਫ ਦਿਵਾਇਆ ਜਾਏ। ਤੇ ਪਰ ਪ੍ਰਸ਼ਾਸਨ ਦੀਆਂ लगातार कोशिशां जारी ने कि परिवार ਨੂੰ ਮਨਾਇਆ ਜਾਏ, ਪਰ ਪਰਿਵਾਰ ਅੜਿਆ ਹੋਇਆ ਹੈ। ਡੀਜੀਪੀ ਸ਼ਤਰੂਜੀਤ ਕਪੂਰ ਜੋ ਕਿ ਛੁੱਟੀ ਤੇ ਭੇਜੇ ਗਏ ਨੇ, ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਏ। ਹੁਣ ਗੱਲ ਕਰਾਂਗੇ ਐਸਜੀਪੀਸੀ ਦੀ, ਕਿਉਂਕਿ ਥੋੜੀ ਦੇਰ ਚ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੇਗਾ ਐਸਜੀਪੀਸੀ ਦਾ ਡੈਲੀਗੇਸ਼ਨ। ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਜਾਏਗੀ। ਐਸਜੀਪੀਸੀ ਦੇ ਡੈਲੀਗੇਸ਼ਨ ਦੇ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਇਹ ਵਫਦ ਮੁਲਾਕਾਤ ਕਰੇਗਾ। ਪਟਿਆਲਾ ਜੇਲ੍ਹ ਚ ਬੰਦ ਨੇ ਬਲਵੰਤ ਸਿੰਘ ਰਾਜੋਆਣਾ ਤੇ ਕੱਲ ਰਾਜੋਆਣਾ ਮਾਮਲੇ ਦੀ ਸੁਪਰੀਮ ਕੋਰਟ ਚ ਸੁਣਵਾਈ ਹੋਵੇਗੀ ਤੇ ਥੋੜੀ ਦੇਰ ਚ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੇਗਾ ਐਸਜੀਪੀਸੀ ਦਾ ਵਫਦ, ਕਿਉਂਕਿ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ। ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਹੁਣ ਤੱਕ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ। ਪਰ ਕੇਂਦਰ ਸਰਕਾਰ ਤੋਂ ਇਹ ਸਵਾਲ ਪੁੱਛਿਆ ਸੀ। ਕਾਬਿਲੇ ਗੌਰ ਹੈ ਕਿ ਬਲਵੰਤ ਸਿੰਘ ਰਾਜੋਆਣਾ
जो साबका मरहूम सरदार बेअंत सिंह ਦੇ असैसिनेशन ਦੇ ਦੋਸ਼ੀ ਨੇ ਜੇਲ੍ਹ 'ਚ ਬੰਦ 2007 'ਚ CBI ਦੀ ਸਪੈਸ਼ਲ ਕੋਰਟ ਦੇ ਵੱਲੋਂ ਉਹਨਾਂ ਨੂੰ फांसी की सज़ा सुनाई गई सी। हालांकि फांसी की सज़ा दी जानी सी 31 मार्च 2012 ਨੂੰ, पर उस तो पहला ही SGPC ਦੇ ਵੱਲੋਂ एक पिटीशन पाई गई सी ते ये जो फांसी की सज़ा सी उसनू होल्ड कर लिया गया सी। उस दौरान तो लैके हुण तक ये जो पिटीशन ते कोई भी फैसला नहीं लिया गया है। पर दूसरे पासे जे जिक्र किया जाए तो काफ़ी लंबे समय तो पटियाला जेल 'ਚ बंद ने बलवंत सिंह राजवाड़ा ते ये मंग बार बार उठती है कि ह्यूमैनिटी के बेसिस ते हुण उन्होंने रिहा किया जाना चाहिए है, क्योंकि 28 साल तो भी वध सज़ा वो कट चुके हैं। मेरे नाल मेरे से होगी मनोज शर्मा फोन लाइन ते मौजूद ने। मनोज, किन्ने समय ते ये मुलाकात होने जा रही है, कदों SGPC का वफद पटियाला जेल पहुंचेगा? जी मैं दस दियां कि 1 घंटा रह गया है, जिहड़ा टाइम सानू दस्सिया कि लगभग 11:15 बजे तक ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਨੇ ਜਾਂ ਉਹਦੇ ਨਾਲ ਜਿਹੜੀ ਹੋਰ ਟੀਮ SGPC ਦੀ ਉਹ ਰਾਜਵਾੜਾ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਪਹੁੰਚੇਗੀ। ਸੋ ਕੁੱਲ ਮਿਲਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ SGPC ਦੀ ਜਿਹੜੀ ਪਟੀਸ਼ਨ ਹੈ ਉਹਤੇ ਕਾਰਵਾਈ ਨਹੀਂ ਹੋਈ ਤੇ ਕੱਲ ਨੂੰ 15 ਤਰੀਕ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਸੀਗਾ ਤੁਸੀਂ ਇਸ ਤੇ ਜਲਦੀ ਫੈਸਲਾ ਕਿਉਂ ਨਹੀਂ ਲੈ ਰਹੇ। ਬੇਸ਼ੱਕ ਧਾਮੀ ਕੱਲ ਇਹ ਗੱਲ ਕਹਿ ਚੁੱਕੇ ਨੇ ਕਿ ਇਸ ਮਾਮਲੇ ਤੇ ਸੁਪਰੀਮ ਕੋਰਟ ਅਜੇ ਕੋਈ ਅੱਗੇ ਕਾਰਵਾਈ ਬੇਸ਼ੱਕ ਨਾ ਕਰੇ, ਪਰ ਸਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿ ਜਿਹੜੇ ਬਲਵੰਤ ਸਿੰਘ ਰਾਜਵਾੜਾ ਨੇ ਉਹਨਾਂ ਦੀ ਜਿਸ ਤਰ੍ਹਾਂ ਉਮਰ ਕੈਦ ਹੈ ਉਹ 'ਚ ਬਦਲਿਆ, ਉਸੇ ਤਰ੍ਹਾਂ ਹੁਣ ਬਾਅਦ ਸਰਕਾਰ ਹੈ ਜਾਂ ਕੋਰਟ ਹੈ ਜਿਹੜੀ ਹੁਣ ਪੂਰੀ ਸਜ਼ਾ ਕਰਕੇ ਉਹਨਾਂ ਨੂੰ ਰਿਹਾ ਕਰ ਦੇਵੇ। ਬੇਸ਼ੱਕ SGPC ਜਾਂ ਅਕਾਲੀ ਦਲ ਦਾ ਆਪਣਾ ਤਰਕ ਹੋਵੇ, ਪਰ ਦੂਜੇ ਪਾਸੇ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਦੇ ਵੱਲੋਂ ਸਰਬਜੋਤ ਅਜੇ ਤੱਕ ਇਸ ਮਾਮਲੇ ਤੇ ਕੋਈ ਕਾਰਵਾਈ ਨਾ ਕਰਨ ਕਰਕੇ ਜਿਹੜੀ SGPC ਹੈ ਉਹ ਅਗਲੀ ਰਣਨੀਤੀ ਨੂੰ ਵੀ ਤੈਅ ਕਰ ਰਹੀ ਹੈ ਤੇ ਇਹਦੇ ਲਈ ਜ਼ਰੂਰੀ ਹੈ ਕਿ ਬਲਵੰਤ ਸਿੰਘ ਰਾਜਵਾੜਾ ਨਾਲ ਵੀ ਵਿਚਾਰ ਕੀਤਾ ਜਾਵੇ। ਤੇ ਇਸੇ ਕਰਕੇ ਜਦੋਂ ਜਿਹੜੇ ਧਾਮੀ ਨੇ ਪ੍ਰਧਾਨ ਨੇ ਕਿ ਹਰਜਿੰਦਰ ਸਿੰਘ ਧਾਮੀ ਉਹ ਮੁਲਾਕਾਤ ਤੋਂ ਬਾਅਦ ਬਾਹਰ ਆਉਣਗੇ ਤਾਂ ਅਗਲੀ ਜਿਹੜੀ ਰਣਨੀਤੀ ਹੈ ਉਹਦਾ ਖੁਲਾਸਾ ਵੀ ਕਰਨਗੇ। मनोज, ये भी कोई जानकारी अकाल तख्त साहब के कार्यकारी जथेदार ज्ञानी कुलदीप सिंह गड़गज भी मौजूद रहेंगे, क्योंकि उन्होंने वालों ही ताकीद की गई सी SGPC ਨੂੰ कि मिलन ਦਾ ਸਮਾਂ ਪਟਿਆਲਾ ਜੇਲ੍ਹ ਪ੍ਰਸ਼ਾਸਨ ਤੋਂ ਲਿਆ ਜਾਏ। ਸਰਬਜੋਤ ਮੈਂ ਦੱਸ ਦਿਆਂ ਕਿ ਹੋ ਸਕਦਾ ਕਿ ਜਿਹੜੇ ਜਥੇਦਾਰ ਨੇ ਉਹ ਵੀ ਨਾਲ ਹੋਣ, ਪਰ ਜਿਹੜੀ SGPC ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਉਹ ਇਹੀ ਦੱਸੀ ਗਈ ਹੈ ਕਿ ਸਭ ਤੋਂ ਪਹਿਲਾਂ ਬਹਾਦਰਗੜ੍ਹ ਇੱਕ ਪ੍ਰੋਗਰਾਮ ਹੈਗਾ ਉਹਦੇ ਵਿੱਚ ਆਉਣਗੇ ਧਾਮੀ ਨੇ ਜਿਹੜੇ ਪ੍ਰਧਾਨ, ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੀ ਆਪਣੀ ਟੀਮ ਦੇ ਨਾਲ ਉਹ ਪ੍ਰਧਾਨ ਨੇ ਤੇ ਨਾਲ ਕਈ ਹੋਰ ਉਹਦੇ ਜਿਹੜੇ ਮੈਂਬਰ ਨੇ ਉਹ ਆਉਣਗੇ। ਤੇ ਜਿਹੜੇ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਬਾਰੇ ਕੋਈ ਆਪਾਂ ਇਹ ਕਹਿ ਸਕਦੇ ਕਿ ਪੁਸ਼ਟੀ ਨਹੀਂ ਕੀਤੀ ਗਈ ਹੁੰਦੀ ਉਹਦੀ, ਪਰ ਇਹ ਕਿਆਸ ਰਾਈਆਂ ਜ਼ਰੂਰ ਲਾਈਆਂ ਜਾ ਰਹੀਆਂ ਸੀ ਕਿ ਹੋ ਸਕਦਾ ਕਿ ਜਿਹੜੇ ਕ੍ਰਿਸ਼ਨ ਸਿੰਘ ਗੜਗਜ ਨੇ ਉਹ ਵੀ ਨਾਲ ਇਸ ਮੁਲਾਕਾਤ ਦੇ ਵਿੱਚ ਸ਼ਾਮਿਲ ਹੋਣ। ਜੀ ਚਲੋ, ਬਹੁਤ ਬਹੁਤ ਸ਼ੁਕਰੀਆ मनोज ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ। ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਤਕਰੀਬਨ 11:15 ਦਾ ਸਮਾਂ ਹੈ ਜਦੋਂ ਕਿ SGPC ਦਾ ਡੈਲੀਗੇਸ਼ਨ ਪਹੁੰਚੇਗਾ ਪਟਿਆਲਾ ਜੇਲ੍ਹ ਤੇ ਬਲਵੰਤ ਸਿੰਘ ਰਾਜਵਾੜਾ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਇਹ ਤਾਕੀਦ ਕੀਤੀ ਗਈ ਸੀ SGPC ਨੂੰ ਕਿ ਪਟਿਆਲਾ ਜੇਲ੍ਹ ਪ੍ਰਸ਼ਾਸਨ ਤੋਂ ਮਿਲਣ ਦਾ ਸਮਾਂ ਮੰਗਿਆ ਜਾਏ। ਅੱਗੇ ਵਧਾਂਗੇ ਤੇ ਰੁਕਣਾਂਗੇ ਅਗਲੀ ਖਬਰ ਦਾ। BJP ਆਗੂ RP ਸਿੰਘ ਦੇ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। RP ਸਿੰਘ ਨੇ ਦਿੱਲੀ ਦੇ CM ਰੇਖਾ ਗੁਪਤਾ ਦੇ ਨਾਲ ਇਸ ਬਾਬਤ ਮੁਲਾਕਾਤ ਕੀਤੀ ਤੇ ਰਿਹਾਈ ਦੀ ਮੰਗ ਵੀ ਕੀਤੀ। ਭੁੱਲਰ ਨੂੰ ਮਨੁੱਖਤਾ ਦੇ ਆਧਾਰ ਤੇ ਰਿਹਾ ਕੀਤਾ ਜਾਏ। RP ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ। RP ਸਿੰਘ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਤੌਰ ਤੇ ਬਿਮਾਰ ਨੇ। 14 ਸਾਲ ਤੋਂ ਸਾਈਜ਼ੋਰਫੀਨੀਆ ਦਾ ਇਲਾਜ ਕਰਵਾ ਰਹੇ ਨੇ ਦਵਿੰਦਰਪਾਲ ਸਿੰਘ ਭੁੱਲਰ ਤੇ ਕੇਂਦਰ ਨੇ 2019 ਦੇ ਵਾਅਦੇ ਮੁਤਾਬਿਕ ਹਾਲੇ ਤੱਕ ਉਹਨਾਂ ਦੀ ਰਿਹਾਈ ਨਹੀਂ ਕੀਤੀ। ਪਿਛਲੇ 28 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਦਵਿੰਦਰਪਾਲ ਸਿੰਘ ਭੁੱਲਰ। RP ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ। ਦੂਜੇ ਪਾਸੇ SGPC ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਬੰਦੀ ਸਿੰਘਾਂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਏ। ਦੱਸ ਦਈਏ ਕਿ ਦਵਿੰਦਰਪਾਲ ਸਿੰਘ ਭੁੱਲਰ ਉੱਤੇ 1991 ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਸੁਮੇਧ ਸੈਣੀ ਜੋ ਬਾਅਦ ਵਿੱਚ ਪੰਜਾਬ ਦੇ DGP ਵਜੋਂ ਸੇਵਾ ਮੁਕਤ ਹੋਏ, ਉਹਨਾਂ ਦੇ ਉੱਪਰ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸਨ। ਉਹ ਉਸ ਸਮੇਂ ਲੁਧਿਆਣਾ ਦੇ GNE ਕਾਲਜ ਵਿੱਚ ਕੈਮੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਸਨ, ਜਿਸ ਕਾਰਨ ਉਹ ਰੁਪੋਸ਼ ਹੋ ਗਏ। 1993 ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ MS ਬਿੱਟਾ ਉੱਤੇ ਅੱਤਵਾਦੀ ਹਮਲੇ ਵਿੱਚ ਵੀ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਲਿਆ ਗਿਆ ਸੀ ਤੇ ਕਿਸ ਤਰੀਕੇ ਨਾਲ 2014 ਚ ਉਹਨਾਂ ਦੀ ਜੋ ਫਾਂਸੀ ਦੀ ਸਜ਼ਾ ਸੀ ਉਸ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ ਸੀ। ਪਰ ਹੁਣ RP ਸਿੰਘ ਨੇ ਮੰਗ ਕੀਤੀ ਹੈ ਦਿੱਲੀ ਦੇ CM ਰੇਖਾ ਗੁਪਤਾ ਨੂੰ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜੋ ਹੈ ਉਹ
ਹਿਊਮੈਨਿਟੀ ਗਰਾਊਂਡ ਤੇ ਕੀਤੀ ਜਾਏ। ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਰਪੀ ਸਿੰਘ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਉਹਨਾਂ ਨਾਲ ਹੀ ਸੀਐਮ ਰੇਖਾ ਗੁਪਤਾ ਵੀ ਦੇਖੇ ਜਾ ਸਕਦੇ ਨੇ ਤੇ ਇਹ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਦੀ ਰਿਹਾਈ ਕੀਤੀ ਜਾਏ, ਕਿਉਂਕਿ ਹਿਊਮੈਨਿਟੀ ਗਰਾਊਂਡਸ ਹੋਣੇ ਚਾਹੀਦੇ ਨੇ। ਤਕਰੀਬਨ 14 ਸਾਲ ਤੋਂ ਉਹ ਇੱਕ ਬਿਮਾਰੀ ਤੋਂ ਜੂਝ ਰਹੇ ਨੇ ਤੇ ਕੇਂਦਰ ਨੇ 2019 ਦੇ ਵਾਅਦੇ ਮੁਤਾਬਿਕ ਹਾਲੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਨੇ ਹੈਰੀਟੇਜ ਸਟਰੀਟ ਤੇ ਕੰਮਾਂ ਤੇ ਇਤਰਾਜ਼ ਜਤਾਇਆ ਹੈ। ਦੱਸ ਕੇ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਤੇ ਕੰਮਾਂ ਤੇ ਇਹ ਇਤਰਾਜ਼ ਗਿਆਨੀ ਕੁਲਦੀਪ ਸਿੰਘ ਗੜਗਚ ਦੇ ਵੱਲੋਂ ਜਤਾਇਆ ਗਿਆ। ਜਥੇਦਾਰ ਸਾਹਿਬ ਨੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੂੰ ਦਰਅਸਲ ਇੱਕ ਚਿੱਠੀ ਲਿਖੀ ਹੈ। ਹੈਰੀਟੇਜ ਸਟਰੀਟ ਤੇ ਸੁੰਦਰੀਕਰਨ ਤੇ ਕੰਮਾਂ ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ ਤੇ ਸ਼ਹੀਦੀ ਸ਼ਤਾਬਦੀ ਨੂੰ ਹੁਣ ਸਿਰਫ 1 ਮਹੀਨੇ ਦਾ ਸਮਾਂ ਬਚਿਆ ਹੈ। ਜਥੇਦਾਰ ਸਾਹਿਬ ਨੇ ਇਹ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੋਂ ਹੀ ਸੰਗਤ ਕੇਸਗੜ੍ਹ ਸਾਹਿਬ ਆ ਰਹੀ ਹੈ। ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਜੇ ਇਹ ਕਾਰਜ ਪਹਿਲਾਂ ਸ਼ੁਰੂ ਹੋ ਜਾਂਦੇ ਤਾਂ ਕੋਈ ਇਤਰਾਜ਼ ਨਹੀਂ ਸੀ ਹੋਣਾ। दरअसल अमृतसर वांग श्री अनंदपुर साहब च भी हैरीटेज स्ट्रीट बनाई जा रही है। पिछले दिनी सीएम भगवंत मान ने इसका नींह पत्थर रखा सी। जथेदार ज्ञानी कुलदीप सिंह गड़गच ने कहा कि जो सुंदरीकरण का काम शुरू किया गया है ब्यूटिफिकेशन का, उसको तुरंत रोकया जाए क्योंकि संगत होने तो ही बड़े पद्धर ते आना शुरू हो चुकी है। जो कोई भी कंस्ट्रक्शन का काम होंदा है तो संगत नूं कितना किते उत्थे जो है कितना किते औखा होना पैंदा है क्योंकि कंस्ट्रक्शन दे विचाले संगत उस रस्ते नूं पार करके जाएगी। ज़ाहिर जी गल है कि उन्हां नूं कठिनाइयां दा सामना करना पएगा। तो उन्होंने कहा कि जो भी काम शुरू किया गया है उसनूं तुरंत रोक लगाई जाए। ये काम पहला किया जाना चाहिए। ਅੱਗੇ ਵਧਾਂਗੇ ਤੇ ਗੱਲ ਕਰਾਂਗੇ BBMB ਦੀ। ਰਾਜਸਥਾਨ ਤੇ ਹਿਮਾਚਲ ਨੂੰ BBMB ਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਚ ਦੋਹਾਂ ਸੂਬਿਆਂ ਦੇ ਪੱਕੇ ਮੈਂਬਰ ਲਾਉਣ ਦੀ ਤਿਆਰੀ ਹੈ। ਦੱਸ ਕੇ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਇਸ ਬਾਬਤ ਇੱਕ ਚਿੱਠੀ ਲਿਖੀ ਹੈ। ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ਨੂੰ ਇਹ ਲੈਟਰ ਲਿਖਿਆ ਗਿਆ ਹੈ। ਕੇਂਦਰ ਬਿਜਲੀ ਮੰਤਰਾਲੇ ਨੇ 10 ਅਕਤੂਬਰ ਨੂੰ ਪੰਜਾਬ ਸਮੇਤ 4 ਸੂਬਿਆਂ ਨੂੰ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਵੀ ਕਰਵਾਇਆ ਹੈ। ਪੱਤਰ ਦੇ ਮੁਤਾਬਿਕ पंजाब पुनर्गठन एक्ट 1966 की धारा 79(2)A च सोध करने की तजवीज़ तैयार की गई है, जिस तहत BBMB च मैंबरां की गिनती 4 हो जाएगी। पहला पंजाब ते हरियाणा ही पक्के मैंबर सन। पंजाब चो मैंबर पावर और हरियाणा चो मैंबर सिंचाई पक्के तौर पर तैनात होंदे रहंदे सन। ते पत्र च कहा गया कि राजस्थान और हिमाचल वालों कई बार उठाई गई है मांग के मद्देनज़र इन्हां दोवां सूबियां नूं स्थाई प्रतिनिधिता देण दी तजवीज़ है। हुण 4 सूबियां तो इस एक्ट सोध नूं लैके तैयार तजवीज़ ते टिप्पणियां मंगियां गईयां हन। जानकारी मुताबिक BBMB का 39.58% खर्चा पंजाब चलता है, 30% खर्चा हरियाणा करता है, राजस्थान 24% और हिमाचल प्रदेश सिर्फ 4% ते चंडीगढ़ 2% ही खर्चा चुकता है। दोहां सूबियां नूं मैंबर बनाउण दी नवीं तजवीज़ पंजाब के अधिकारी ते कैंची चलाउण दी तैयारी है। हुण इस बाबत केंद्र सरकार ने जो सूबे ने राजस्थान हिमाचल उन्होंने चिट्ठी लिखी है, इस नाल ही पंजाब हरियाणा नूं भी चिट्ठी लिखी है। इस गल तो जाणू करवाया है कि ते हुण जो राजस्थान ते हिमाचल ने वो भी इस दे मैंबर्स बनणगे। केंद्र सरकार बिजली मंत्रालय ने सूबा सरकारां नूं चिट्ठी केंद्र सरकार दे बिजली मंत्रालय ने सूबा सरकारां नूं चिट्ठी भेज दी है। पंजाब, हरियाणा, हिमाचल और राजस्थान को चिट्ठी भेजी गई है। तो केंद्रीय बिजली मंत्रालय ने दसी कि 10 अक्तूबर को पंजाब के समेत 4 सूबियां नूं पत्तर भेज के नवीं प्रक्रिया तो जाणू कराया है। तो पत्तर के मुताबिक पंजाब पुनर्गठन एक्ट 1966 की धारा 79(2)A दे विच सोध करने की तजवीज़ तैयार की गई है, जिस दे तहत BBMB दे विच मैंबरां की गिनती 4 हो जाएगी। पहला पंजाब ते हरियाणा ही पक्के मैंबर सन। पंजाब दे विचों मैंबर यानी कि पावर अते हरियाणा चो मैंबर यानी सिंचाई दे पक्के तौर पर तैनात होंदे रहे ने। तो पत्र दे विच कहा गया है कि राजस्थान अते हिमाचल दे वल्लों कई बार उठाई गई मंग दे मद्देनज़र इन्हां दोवां सूबियां नूं स्थाई प्रतिनिधिता देण दी तजवीज़ है। तो नपिंदर बराड़ मेरे सहयोगी फोन लाइन पर मौजूद ने। नपिंदर, की है पूरी जानकारी, वेरवा की है, क्योंकि अपने आप दे विच लगातार कई बार यह मैंबरशिप नूं लैके सुर्खियां च रहा है BBMB। देखो बिल्कुल BBMB का लगातार विवाद है जिहड़ा वो किसी न किसी रूप में वाधता जा रहा है। पिछले दिनों में असीं देखा कि किस तरह
ਤਾਂ ਬਿਲਕੁਲ ਨਪਿੰਦਰ ਦਾ ਰੁਖ ਕਰਾਂਗੇ। ਦੱਸਦੀਏ ਕਿ ਰਾਜਸਥਾਨ ਅਤੇ ਹਿਮਾਚਲ ਨੂੰ ਹੁਣ BBMP ਦੇ ਵਿੱਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਹੈ। ਇਸ ਤੋਂ ਪਹਿਲਾਂ ਸਿਰਫ ਹਰਿਆਣਾ ਤੇ ਪੰਜਾਬ ਹੀ ਪੱਕੇ ਮੈਂਬਰ ਨੇ, ਜੋ ਆਪਣੇ ਆਪ ਦੇ ਵਿੱਚ ਬੇਹੱਦ ਅਹਿਮ ਹੈ, ਜਿਸ ਦਾ ਜ਼ਿਕਰ ਨਪਿੰਦਰ ਵੀ ਕਰ ਰਹੇ ਨੇ, ਕਿਉਂਕਿ ਪਾਣੀਆਂ ਨੂੰ ਲੈ ਕੇ ਸਮੇਂ-ਸਮੇਂ ਤੇ ਵਿਵਾਦ ਜਿਹੜਾ ਹੈ ਉਹ ਖੜਾ ਹੁੰਦਾ ਰਿਹਾ ਹੈ। ਪੰਜਾਬ ਆਪਣਾ ਪੂਰੇ ਤੌਰ ਤੇ ਪੱਖ ਰੱਖਦਾ ਹੈ, ਦੂਸਰੇ ਪਾਸੇ ਬਾਕੀ ਦੇ ਸੂਬਿਆਂ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਔਰ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਜ਼ਿੰਮੇਵਾਰੀ ਸਾਡੇ ਕੋਲ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੱਸਦੇ ਕਿ ਕੇਂਦਰ ਤੋਂ ਜਿਹੜੀਆਂ ਫੋਰਸਿਸ ਨੇ ਉਹ ਤੈਨਾਤ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ ਇਹ ਸਾਫ਼ ਤੌਰ ਤੇ ਸੀਐਮ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਜਦੋਂ ਸਾਡੇ ਕੋਲ ਇੰਨੀ ਕੈਪੇਬਲ ਸਾਡੀ ਪੰਜਾਬ ਪੁਲਿਸ ਹੈ ਤਾਂ ਫਿਰ ਉੱਥੇ ਅਸੀਂ ਤੈਨਾਤ ਕੀਤੀ ਹੋਈ ਹੈ। ਫਿਰ ਬਾਹਰੋਂ ਜਿਹੜੀ ਫੋਰਸਿਸ ਤੈਨਾਤ ਕੀਤੀਆਂ ਜਾ ਰਹੀਆਂ ਨੇ ਤਾਂ ਅਸੀਂ ਉਹਨਾਂ ਦਾ ਬਿੱਲ ਕਿਉਂ ਭਰੀਏ, ਅਸੀਂ ਉਹਨਾਂ ਨੂੰ ਕਿਉਂ ਉਹ ਪੈਸਾ ਜਿਹੜਾ ਹੈ ਉਹ ਚੁਕਤਾ ਕਰੀਏ, ਜਦਕਿ ਸਾਡੇ ਕੋਲ ਆਪਣੀ ਕੈਪੇਬਿਲਿਟੀ ਹੈ, ਫਿਰ ਅਸੀਂ ਆਪਣੀਆਂ ਫੋਰਸਿਸ ਲਗਾ ਸਕਦੇ ਹਾਂ। ਇਹ ਜਬਰੀ ਸਾਡੇ ਤੇ ਇਸ ਤਰੀਕੇ ਦੇ ਨਾਲ ਬੋਝ ਪਾਇਆ ਜਾ ਰਿਹਾ ਹੈ, ਵਾਧੂ ਬੋਝ ਪਾਇਆ ਜਾ ਰਿਹਾ ਹੈ ਬਜਟ ਦਾ, ਤਾਂ ਇਹ ਸਾਫ਼ ਤੌਰ ਤੇ ਮੁੱਦਾ ਉੱਠਦਾ ਰਿਹਾ ਹੈ। ਇਸ ਤੋਂ ਇਲਾਵਾ ਲਗਾਤਾਰ ਪੰਜਾਬ ਇਹੀ ਮੰਗ ਕਰਦਾ ਹੈ ਕਿ ਆਖਰਕਾਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਕੋਲ ਹੈ ਤਾਂ ਫਿਰ ਅਸੀਂ ਉਸ ਹਿਸਾਬ ਦੇ ਨਾਲ ਪਾਵਰ ਦੇ ਵਿੱਚ ਵੀ ਹੋਣੇ ਚਾਹੀਦੇ ਆ, ਜਾਂ ਫਿਰ ਸਾਡੇ ਫੈਸਲੇ ਜਿਹੜੇ ਨੇ ਉਹ ਲਾਗੂ ਵੀ ਹੋਣੇ ਚਾਹੀਦੇ ਨੇ, ਕਿਉਂਕਿ ਜਦੋਂ ਹਿਮਾਚਲ ਵਾਲੇ ਪਾਸੇ ਤੋਂ ਆਉਂਦਾ ਹੈ ਪਾਣੀ ਤਾਂ ਬਹੁਤ ਵੱਡੇ ਪੱਧਰ ਤੇ ਮਾਰ ਕਰਦਾ ਹੈ। ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਛੱਡਣਾ ਹੈ ਜਾਂ ਕੀ ਕੁਝ ਉਸ ਨੂੰ ਲੈ ਕੇ ਫੈਸਲੇ ਹੋਣਗੇ, ਇਹ ਜਿਹੜੀ ਨਿਬਰਤਾ ਹੈ ਉਹ ਕੁੱਲ ਮਿਲਾ ਕੇ ਪੰਜਾਬ ਵੱਧ ਹੋਣਾ ਚਾਹੀਦਾ ਹੈ। ਇਸ ਨੂੰ ਲੈ ਕੇ ਜ਼ਿੰਮੇਵਾਰ ਜਾਂ ਕਹਿ ਲਈਏ ਕਿ ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਵੱਧ ਲਾਗੂ ਹੋਣੇ ਚਾਹੀਦੇ ਨੇ। ਤਾਂ ਦੋਵੇਂ ਸੂਬਿਆਂ ਨੂੰ ਦੱਸਿਏ ਕਿ ਸਥਾਈ ਪ੍ਰਤੀਨਿਧਤਾ ਦੇਣ ਦੀ ਤਜਵੀਜ਼ ਹੈ। ਹੁਣ ਚਾਰੇ ਸੂਬਿਆਂ ਤੋਂ ਇਸ ਐਕਟ ਦੇ ਵਿੱਚ ਸੋਧ ਨੂੰ ਲੈ ਕੇ ਤਿਆਰ ਤਜਵੀਜ਼ ਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਜਾਣਕਾਰੀ ਦੇ ਮੁਤਾਬਿਕ ਦੱਸਿਏ ਕਿ BBMP ਦਾ 39.58% ਖਰਚਾ ਪੰਜਾਬ ਚੱਲਦਾ ਹੈ ਔਰ 30% ਖਰਚਾ ਜਿਹੜਾ ਹੈ ਉਹ ਹਰਿਆਣਾ ਕਰਦਾ ਹੈ, ਤਾਂ ਰਾਜਸਥਾਨ 24% ਅਤੇ ਹਿਮਾਚਲ ਪ੍ਰਦੇਸ਼ ਸਿਰਫ 4% ਅਤੇ ਚੰਡੀਗੜ੍ਹ 2% ਖਰਚਾ ਚੁੱਕਦਾ ਹੈ। ਤਾਂ ਦੋਹਾਂ ਸੂਬਿਆਂ ਨੂੰ ਮੈਂਬਰ ਬਣਾਉਣ ਦੇ ਵੀ ਨਵੀਂ ਤਜਵੀਜ਼ ਪੰਜਾਬ ਦੇ ਅਧਿਕਾਰ ਤੇ ਕੈਂਚੀ ਚਲਾਉਣ ਦੀ ਤਿਆਰੀ ਹੈ। ਤਾਂ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਹੁਣ ਰਿਐਕਸ਼ਨ ਕੀ ਹੋਏਗਾ ਮੌਜੂਦਾ ਸਰਕਾਰ ਦਾ, ਇਹ ਸਭ ਤੋਂ ਜ਼ਿਆਦਾ ਅਹਿਮ ਹੈ। ਤਾਂ